ਦੇਖੋ, ਅੱਜਕੱਲ ਦੀ ਰਾਜਨੀਤੀ ਸਿਰਫ ਭਾਸ਼ਣਬਾਜ਼ੀ ਜਾਂ ਰੈਲੀਆਂ ਦਾ ਖੇਲ ਨਹੀਂ ਰਹੀ। ਹੁਣ ਇਹ ਇੱਕ ਡੂੰਘੀ, ਸੋਚੀ-ਸਮਝੀ ਰਣਨੀਤੀ ਤੇ ਟਿਕੀ ਹੈ, ਜਿਸ ਦੀ ਨੀਂਹ ਹੈ ਡੇਟਾ। ਆਓ ਅੱਜ ਰਾਏਕੋਟ ਦੀ ਇੱਕ ਅਸਲ ਕੇਸ ਸਟੱਡੀ ਰਾਹੀਂ ਇੱਕ ਆਧੁਨਿਕ ਰਾਜਨੀਤਿਕ ਬਲੂਪ੍ਰਿੰਟ ਨੂੰ ਜ਼ਮੀਨੀ ਪੱਧਰ ਤੋਂ ਸਮਝਦੇ ਹਾਂ। 27,644 ਇਹ ਸਿਰਫ ਇੱਕ ਨੰਬਰ ਨਹੀਂ ਹੈ, ਇਹ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਰਾਏਕੋਟ ਹਲਕੇ ਵਿੱਚ ਹੋਈ ਹਾਰ ਦਾ ਹੈਰਾਨ ਕਰ ਦੇਣ ਵਾਲਾ ਫਰਕ ਸੀ। ਇਹ ਅੰਕੜਾ ਆਪਣੇ ਆਪ ਵਿੱਚ ਇੱਕ ਪਹਾੜ ਜਿੱਡੀ ਚੁਣੌਤੀ ਨੂੰ ਦਰਸਾਉਂਦਾ ਹੈ। ਤਾਂ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇੰਨੀ ਵੱਡੀ ਹਾਰ ਨੂੰ ਜਿੱਤ ਵਿੱਚ ਬਦਲਿਆ ਜਾ ਸਕਦਾ ਹੈ? ਆਓ ਇਸ ਪੂਰੇ ਵਿਸ਼ਲੇਸ਼ਣ ਦਾ ਮਕਸਦ ਇਸੇ ਗੁੱਥੀ ਨੂੰ ਸੁਲਝਾਉਣਾ ਹੈ। ਇਸ ਸਵਾਲ ਦਾ ਜਵਾਬ ਲੱਭਣ ਲਈ ਅਸੀਂ ਇੱਕ ਸਫ਼ਰ ਤੈਅ ਕਰਾਂਗੇ। ਪਹਿਲਾਂ ਸਮਝਾਂਗੇ ਹਾਰ ਦੀ ਵਜ੍ਹਾ ਕੀ ਸੀ, ਫਿਰ ਦੇਖਾਂਗੇ ਕਿ ਇੱਕ ਰਾਜਨੀਤਿਕ ਬਲੂਪ੍ਰਿੰਟ ਬਣਦਾ ਕਿਵੇਂ ਹੈ, ਫਿਰ ਡੇਟਾ ਤੋਂ ਨਤੀਜੇ ਤੱਕ ਕਿਵੇਂ ਪਹੁੰਚੀਦਾ ਹੈ, 4 ਮੋਰਚਿਆਂ ਦੀ ਲੜਾਈ ਕੀ ਹੁੰਦੀ ਹੈ, ਇੱਕ 90 ਦਿਨਾਂ ਦੀ ਵਾਪਸੀ ਦੀ ਪੂਰੀ ਯੋਜਨਾ ਤੇ ਆਖਿਰ ਵਿੱਚ ਸੱਤਾ ਦਾ ਅਸਲ ਮਕਸਦ ਕੀ ਹੋਣਾ ਚਾਹੀਦਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਪੜਾਅ ਤੋਂ, ਹਾਰ ਦਾ ਪੋਸਟਮਾਰਟਮ। ਦੇਖੋ, ਕੋਈ ਵੀ ਰਣਨੀਤੀ ਬਣਾਉਣ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸਲ ਵਿੱਚ ਚੁਣੌਤੀ ਕਿੰਨੀ ਵੱਡੀ ਹੈ। ਤਾਂ ਆਓ 2022 ਦੇ ਰਾਏਕੋਟ ਦੇ ਨਤੀਜਿਆਂ ਤੇ ਇੱਕ ਡੂੰਘੀ ਨਜ਼ਰ ਮਾਰੀਏ। ਤੁਹਾਡੇ ਸਾਹਮਣੇ ਇਹ ਜੋ ਚਾਰਟ ਹੈ, ਇਹ ਸਾਰੀ ਕਹਾਣੀ ਬਿਆਨ ਕਰ ਰਿਹਾ ਹੈ। 2022 ਵਿੱਚ ਆਪ ਨੇ 56% ਤੋਂ ਵੀ ਵੱਧ ਵੋਟਾਂ ਲਈਆਂ, ਜਦਕਿ ਕਾਂਗਰਸ 32% ਤੋਂ ਵੀ ਥੱਲੇ ਰਹਿ ਗਈ। ਮਤਲਬ ਸਾਫ਼ ਹੈ, ਇਹ ਕੋਈ ਛੋਟੀ-ਮੋਟੀ ਹਾਰ ਨਹੀਂ ਸੀ, ਸਗੋਂ ਇੱਕ ਬਹੁਤ ਵੱਡੀ ਚੁਣੌਤੀ ਸੀ। ਤਾਂ ਹੁਣ ਆਉਨੇ ਹਾਂ ਦੂਜੇ ਹਿੱਸੇ ਤੇ, ਰਾਜਨੀਤਿਕ ਬਲੂਪ੍ਰਿੰਟ। ਜਦੋਂ ਚੁਣੌਤੀ ਪਹਾੜ ਜਿੱਡੀ ਹੋਵੇ ਤਾਂ ਉਸ ਦਾ ਜਵਾਬ ਵੀ ਇੱਕ ਸਿਸਟਮ, ਇੱਕ ਢਾਂਚੇ ਵਿੱਚ ਹੀ ਹੁੰਦਾ ਹੈ। ਇਸੇ ਸਿਸਟਮ ਨੂੰ ਅਸੀਂ ਪੋਲੀਟੀਕਲ ਨਿਊਰਲ OS ਕਹਿੰਦੇ ਹਾਂ, ਇੱਕ ਅਜਿਹਾ ਢਾਂਚਾ ਜੋ ਖਾਸ ਤੌਰ ਤੇ ਅਜਿਹੀਆਂ ਹਾਲਤਾਂ ਨੂੰ ਬਦਲਣ ਲਈ ਹੀ ਬਣਾਇਆ ਜਾਂਦਾ ਹੈ। ਤਾਂ ਇਹ ਪੋਲੀਟੀਕਲ ਨਿਊਰਲ OS ਹੈ ਕੀ ਚੀਜ਼? ਇਸ ਨੂੰ ਤੁਸੀਂ ਇੱਕ ਚੋਣ ਮੁਹਿੰਮ ਦਾ ਦਿਮਾਗ ਸਮਝ ਸਕਦੇ ਹੋ। ਇੱਕ ਅਜਿਹਾ ਸਿਸਟਮ ਜੋ ਹਜ਼ਾਰਾਂ ਲੱਖਾਂ ਵੋਟਰਾਂ ਤੋਂ ਮਿਲੀ ਜਾਣਕਾਰੀ, ਸਰਵੇਖਣਾਂ ਦੇ ਅੰਕੜੇ ਅਤੇ ਜ਼ਮੀਨੀ ਹਕੀਕਤਾਂ ਨੂੰ ਇਕੱਠਾ ਕਰਦਾ ਹੈ ਅਤੇ ਫਿਰ ਉਸ ਸਾਰੇ ਡੇਟਾ ਨੂੰ ਇੱਕ ਸਾਫ਼-ਸੁਥਰੀ, ਕਾਰਗਰ ਰਣਨੀਤੀ ਵਿੱਚ ਬਦਲ ਦਿੰਦਾ ਹੈ। ਇੱਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਡੇਟਾ ਸਿਰਫ ਅੰਕੜੇ ਨਹੀਂ ਹੁੰਦੇ। ਭਾਰਤ ਦੇ ਸੰਵਿਧਾਨਿਕ ਮੁੱਲਾਂ ਅਨੁਸਾਰ ਹਰ ਵਿਅਕਤੀ ਦਾ ਸਨਮਾਨ ਸਭ ਤੋਂ ਉੱਪਰ ਹੈ। ਜਦੋਂ ਅਸੀਂ ਲੋਕਾਂ ਦੀ ਜਾਣਕਾਰੀ ਇਕੱਠੀ ਕਰਦੇ ਹਾਂ ਤਾਂ ਉਹਨਾਂ ਦੀ ਨਿਜਤਾ ਦਾ ਖਿਆਲ ਰੱਖਣਾ ਅਤੇ ਸਹਿਮਤੀ ਲੈਣੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੂਚਿਤ ਜਨਤਕ ਭਾਸ਼ਣ ਜ਼ਿੰਮੇਵਾਰੀ ਨਾਲ ਆਉਂਦਾ ਹੈ। ਅੱਗੇ ਵਧਦੇ ਹਾਂ ਤੀਜੇ ਭਾਗ ਵੱਲ, ਡੇਟਾ ਤੋਂ ਨਿਦਾਨ ਤੱਕ ਦਾ ਸਫ਼ਰ। ਹੁਣ ਅਸੀਂ ਦੇਖਾਂਗੇ ਕਿ ਕਿਵੇਂ ਬੇਜਾਨ ਜਿਹੇ ਲੱਗਣ ਵਾਲੇ ਅੰਕੜੇ ਅਸਲ ਵਿੱਚ ਕਹਾਣੀਆਂ ਸੁਣਾਉਂਦੇ ਹਨ। ਆਓ ਸਮਝੀਏ ਕਿ ਇਹ ਸਿਸਟਮ ਪੁਰਾਣੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਆਉਣ ਵਾਲੇ ਕੱਲ੍ਹ ਲਈ ਰਣਨੀਤੀ ਕਿਵੇਂ ਤਿਆਰ ਕਰਦਾ ਹੈ। ਤੁਹਾਡੇ ਸਾਹਮਣੇ ਜੋ ਟੇਬਲ ਹੈ, ਇਹ ਪਿਛਲੇ ਇੱਕ ਦਹਾਕੇ ਦੀ ਪੂਰੀ ਤਸਵੀਰ ਪੇਸ਼ ਕਰਦਾ ਹੈ। ਦੇਖੋ, 2012 ਵਿੱਚ ਕਾਂਗਰਸ ਕੋਲ ਲਗਭਗ 46% ਵੋਟ ਸੀ, ਪਰ 2017 ਵਿੱਚ ਜਦੋਂ ਆਪ ਦੀ ਐਂਟਰੀ ਹੋਈ ਤਾਂ ਸਾਰੀ ਖੇੜੀ ਪਲਟ ਗਈ। ਕਾਂਗਰਸ ਦਾ ਵੋਟ ਸ਼ੇਅਰ ਧੜਮ ਕਰਕੇ ਹੇਠ ਆਇਆ ਅਤੇ ਆਪ ਨੇ ਪਹਿਲੀ ਵਾਰ 'ਚ 41% ਤੋਂ ਵੱਧ ਵੋਟਾਂ ਲੈ ਲਈਆਂ। ਇਹ ਇੱਕ ਇਤਿਹਾਸਿਕ ਮੋੜ ਸੀ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਇਹ ਬਾਰ ਚਾਰਟ ਉਸੇ ਗਿਰਾਵਟ ਨੂੰ ਹੋਰ ਵੀ ਸਾਫ਼-ਸਾਫ਼ ਦਿਖਾਉਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ 2022 ਦੀ ਹਾਰ ਕੋਈ ਇੱਕਦਮ ਹੋਈ ਘਟਨਾ ਨਹੀਂ ਸੀ, ਸਗੋਂ ਇਹ ਪਿਛਲੇ 10 ਸਾਲਾਂ ਤੋਂ ਚੱਲ ਰਹੇ ਇੱਕ ਰੁਝਾਨ ਦਾ ਨਤੀਜਾ ਸੀ। 2012 ਤੋਂ ਬਾਅਦ ਵੋਟ ਸ਼ੇਅਰ ਲਗਾਤਾਰ ਘਟਦਾ ਹੀ ਗਿਆ। ਫਿਰ ਇਸ ਸਾਰੇ ਡੇਟਾ ਨੂੰ ਇੱਕ ਸਵੌਟ ਵਿਸ਼ਲੇਸ਼ਣ ਵਿੱਚ ਬਦਲਿਆ ਜਾਂਦਾ ਹੈ। ਸਮਝੋ ਕਿ ਲੜਾਈ ਦੇ ਮੈਦਾਨ ਦਾ ਇੱਕ ਨਕਸ਼ਾ ਹੈ। ਇੱਕ ਪਾਸੇ ਨੌਜਵਾਨ ਉਮੀਦਵਾਰ ਵਰਗੀਆਂ ਤਾਕਤਾਂ ਹਨ ਤਾਂ ਦੂਜੇ ਪਾਸੇ ਪਿਛਲੀ ਹਾਰ ਅਤੇ ਪੈਸੇ ਦੀ ਘਾਟ ਵਰਗੀਆਂ ਕਮਜ਼ੋਰੀਆਂ ਵੀ ਹਨ। ਇਸੇ ਤਰ੍ਹਾਂ ਸਰਕਾਰ ਵਿਰੋਧੀ ਲਹਿਰ ਇੱਕ ਵੱਡਾ ਮੌਕਾ ਪੇਸ਼ ਕਰਦੀ ਹੈ, ਪਰ ਆਪ ਦੀ ਮਜ਼ਬੂਤੀ ਸਭ ਤੋਂ ਵੱਡਾ ਖਤਰਾ ਹੈ। ਹੁਣ ਅਸਲ ਰਣਨੀਤੀ ਇਸੇ ਨਕਸ਼ੇ ਦੇ ਆਧਾਰ ਤੇ ਬਣੇਗੀ। ਇਸ ਤੋਂ ਬਾਅਦ ਆਂਦਾ ਹੈ ਚੌਥਾ ਭਾਗ, 4 ਮੋਰਚਿਆਂ ਦੀ ਲੜਾਈ। ਜਦੋਂ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਲਾਜ ਸ਼ੁਰੂ ਹੁੰਦਾ ਹੈ। ਇੱਥੇ ਇੱਕ ਰਣਨੀਤਿਕ ਢਾਂਚਾ ਤਿਆਰ ਕੀਤਾ ਗਿਆ, ਜਿਸ ਨੂੰ ਚਤੁਰਮੁਖ ਸਿਧਾਂਤ ਕਿਹਾ ਗਿਆ ਹੈ, ਮਤਲਬ ਚਾਰੇ ਪਾਸਿਓਂ ਇੱਕੋ ਵੇਲੇ ਹਮਲਾ। ਤਾਂ ਇਹ 4 ਮੋਰਚੇ ਕਿਹੜੇ ਨੇ? ਪਹਿਲਾ, ਚੋਣ ਰਣਨੀਤੀ, ਯਾਨੀ ਪੂਰੇ ਹਲਕੇ ਨੂੰ ਛੋਟੇ-ਛੋਟੇ ਜ਼ੋਨਾਂ ਵਿੱਚ ਵੰਡਣਾ ਤੇ ਸਹੀ ਵੋਟਰਾਂ ਤੱਕ ਪਹੁੰਚਣਾ। ਦੂਜਾ, ਸੰਗਠਨ, ਮਤਲਬ ਬੂਥ ਪੱਧਰ ਤੇ ਵਰਕਰਾਂ ਦੀ ਇੱਕ ਮਜ਼ਬੂਤ ਟੀਮ ਦੁਬਾਰਾ ਖੜੀ ਕਰਨਾ। ਤੀਜਾ, ਬਿਰਤਾਂਤ, ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਇੱਕ ਸਕਾਰਾਤਮਕ ਸੰਦੇਸ਼ ਦੇਣਾ। ਅਤੇ ਚੌਥਾ, ਸਰੋਤ, ਯਾਨੀ ਮੁਹਿੰਮ ਨੂੰ ਚਲਾਉਣ ਲਈ ਜ਼ਰੂਰੀ ਪੈਸਾ ਅਤੇ ਸਮਰਥਨ ਜੁਟਾਉਣਾ।
ਪਿੰਡ ਦੀ ਪਹਿਲੀ ਸੇਵਾ ਇਹ ਸਿਰਫ ਇੱਕ ਨਾਰਾ ਨਹੀਂ ਸੀ, ਬਲਕਿ ਇਹ ਪੂਰੇ ਬਿਰਤਾਂਤ ਮੋਰਚੇ ਦੀ ਜਾਨ ਸੀ। ਇਹ ਲਾਈਨ ਦਰਸਾਉਂਦੀ ਹੈ ਕਿ ਕਿਵੇਂ ਡੇਟਾ ਅਤੇ ਸਖਤ ਰਣਨੀਤੀ ਨੂੰ ਇੱਕ ਅਜਿਹੇ ਸੰਦੇਸ਼ ਵਿੱਚ ਢਾਲਿਆ ਜਾਂਦਾ ਹੈ ਜੋ ਸਿੱਧਾ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਵੇ ਅਤੇ ਸੇਵਾ ਦੀ ਭਾਵਨਾ ਨੂੰ ਜਗਾਵੇ। ਅੱਗੇ ਵਧਦੇ ਹਾਂ ਸੈਕਸ਼ਨ 5 ਤੇ 90 ਦਿਨਾਂ ਵਿੱਚ ਵਾਪਸੀ। ਦੇਖੋ, ਇੱਕ ਰਣਨੀਤੀ ਕਾਗਜ਼ਾਂ ਤੇ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਸ ਦੀ ਅਸਲ ਕੀਮਤ ਉਸ ਨੂੰ ਲਾਗੂ ਕਰਨ ਵਿੱਚ ਹੁੰਦੀ ਹੈ। ਇਸ ਲਈ ਹੁਣ ਅਸੀਂ ਚੋਣ ਵਾਲੇ ਦਿਨ ਤੋਂ ਠੀਕ 90 ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਐਕਸ਼ਨ ਪਲਾਨ ਨੂੰ ਬਾਰੀਕੀ ਨਾਲ ਸਮਝਾਂਗੇ। ਇਸ 90 ਦਿਨਾਂ ਦੀ ਯੋਜਨਾ ਵਿੱਚ ਹਰ ਇੱਕ ਦਿਨ ਦੀ ਅਹਿਮੀਅਤ ਸੀ। ਪਹਿਲੇ 30 ਦਿਨ ਸਿਰਫ ਜ਼ਮੀਨ ਤਿਆਰ ਕਰਨ ਅਤੇ ਹਾਲਾਤ ਨੂੰ ਸਮਝਣ ਲਈ ਰੱਖੇ ਗਏ। ਅਗਲੇ 30 ਦਿਨਾਂ ਵਿੱਚ ਇੱਕ ਕਹਾਣੀ ਬਣਾਈ ਗਈ ਤੇ ਮਾਹੌਲ ਗਰਮ ਕੀਤਾ ਗਿਆ। ਫਿਰ ਅਗਲੇ 20 ਦਿਨ ਪੂਰੀ ਤਾਕਤ ਨਾਲ ਪ੍ਰਚਾਰ ਕੀਤਾ ਗਿਆ ਅਤੇ ਆਖਰੀ 10 ਦਿਨਾਂ ਦਾ ਸਿਰਫ ਇੱਕ ਹੀ ਮਕਸਦ ਸੀ, ਹਰ ਇੱਕ ਸਮਰਥਕ ਵੋਟਰ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣਾ। ਤੇ ਹਾਂ, ਅੱਜ ਦੇ ਜ਼ਮਾਨੇ ਵਿੱਚ ਡਿਜੀਟਲ ਮੋਰਚੇ ਤੋਂ ਬਿਨਾਂ ਲੜਾਈ ਜਿੱਤੀ ਨਹੀਂ ਜਾ ਸਕਦੀ। ਛੋਟੇ-ਛੋਟੇ ਪਿੰਡਾਂ ਤੱਕ ਸੰਦੇਸ਼ ਪਹੁੰਚਾਉਣ ਲਈ WhatsApp ਗਰੁੱਪ, ਨੌਜਵਾਨਾਂ ਨਾਲ ਜੁੜਨ ਲਈ Instagram ਰੀਲਾਂ ਅਤੇ ਵਿਰੋਧੀਆਂ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਇੱਕ ਤੱਥ-ਜਵਾਬੀ ਮੁਹਿੰਮ, ਇਹ ਇੱਕ ਪੂਰੀ ਡਿਜੀਟਲ ਫੌਜ ਸੀ ਜੋ ਹਰ ਵੋਟਰ ਤੱਕ ਪਹੁੰਚਣ ਲਈ ਤਿਆਰ ਕੀਤੀ ਗਈ ਸੀ। ਅਤੇ ਹੁਣ ਆਉਂਦੇ ਹਾਂ ਸਭ ਤੋਂ ਆਖਰੀ ਅਤੇ ਸਭ ਤੋਂ ਜ਼ਰੂਰੀ ਗੱਲ ਤੇ, ਭਾਗ 6 ਸੱਤਾ ਦਾ ਮਕਸਦ। ਆਖਿਰ ਚੋਣਾਂ ਜਿੱਤਣਾ ਮੰਜ਼ਿਲ ਨਹੀਂ ਹੁੰਦੀ, ਇਹ ਤਾਂ ਸਿਰਫ ਇੱਕ ਰਸਤਾ ਹੈ। ਆਓ ਸਮਝੀਏ ਕਿ ਇਸ ਸਾਰੀ ਮਿਹਨਤ ਦਾ ਅਸਲ ਮਕਸਦ ਕੀ ਸੀ। ਇਸ ਸਾਰੇ ਡਾਟਾ, ਇਸ ਸਾਰੀ ਰਣਨੀਤੀ, ਇਸ ਸਾਰੇ ਵਿਸ਼ਲੇਸ਼ਣ ਦਾ ਅਸਲ ਮਕਸਦ ਵੋਟਰਾਂ ਦੀਆਂ ਅਸਲ ਸਮੱਸਿਆਵਾਂ ਨੂੰ ਪਹਿਚਾਨਣਾ ਅਤੇ ਉਹਨਾਂ ਦਾ ਹੱਲ ਕਰਨਾ ਸੀ। ਸਮੱਸਿਆਵਾਂ ਜਿਵੇਂ ਕਿ ਬੇਰੋਜ਼ਗਾਰੀ, ਕਿਸਾਨੀ ਦਾ ਸੰਕਟ, ਨਸ਼ਿਆਂ ਦੀ ਮਾਰ ਅਤੇ ਵੱਧਦੀ ਮਹਿੰਗਾਈ, ਇਹ ਉਹ ਮੁੱਦੇ ਸਨ ਜੋ ਲੋਕਾਂ ਦੀ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰ ਰਹੇ ਸਨ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਜਨੀਤੀ ਦਾ ਮਕਸਦ ਸਿਰਫ ਸੱਤਾ ਹਾਸਲ ਕਰਨਾ ਨਹੀਂ, ਬਲਕਿ ਲੋਕਾਂ ਦੀ ਸੇਵਾ ਕਰਨਾ ਹੈ। ਹਰ ਨਾਗਰਿਕ ਨੂੰ ਸਨਮਾਨ ਨਾਲ ਜੀਣ ਦਾ ਹੱਕ ਹੈ ਅਤੇ ਇੱਕ ਚੰਗੀ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰੇ। ਜਦੋਂ ਰਣਨੀਤੀ ਸੇਵਾ ਨਾਲ ਜੁੜ ਜਾਂਦੀ ਹੈ ਤਾਂ ਹੀ ਉਸ ਦਾ ਅਸਲ ਮੁੱਲ ਪੈਂਦਾ ਹੈ। ਇਸ ਲਈ ਹਰ ਰਣਨੀਤੀ ਦਾ ਅੰਤਿਮ ਟੀਚਾ ਸਮਾਜ ਦੀ ਸੇਵਾ ਕਰਨਾ ਹੀ ਹੋਣਾ ਚਾਹੀਦਾ ਹੈ। ਅਤੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਵੱਡੇ ਸਵਾਲ ਨਾਲ ਛੱਡ ਕੇ ਜਾ ਰਿਹਾ ਹਾਂ ਕਿ ਡੇਟਾ ਅਤੇ ਟੈਕਨੋਲੋਜੀ ਦੀ ਵਰਤੋਂ ਨਾਲ ਬਣਾਈਆਂ ਗਈਆਂ ਇਹ ਰਣਨੀਤੀਆਂ ਸੱਚਮੁੱਚ ਇੱਕ ਬਿਹਤਰ ਸ਼ਾਸਨ ਨੂੰ ਜਨਮ ਦੇ ਸਕਦੀਆਂ ਹਨ? ਕੀ ਚੋਣਾਂ ਜਿੱਤਣ ਦਾ ਇਹ ਵਿਗਿਆਨ ਲੋਕਾਂ ਦੀ ਜ਼ਿੰਦਗੀ ਨੂੰ ਸੱਚਮੁੱਚ ਬਿਹਤਰ ਬਣਾ ਸਕਦਾ ਹੈ? ਇਸ ਸਵਾਲ ਦਾ ਜਵਾਬ ਹੀ ਆਉਣ ਵਾਲੇ ਸਮੇਂ ਦੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ। ਜੇ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ,